बिस्मिल्लाहिर्रहमानिर्रहीम। तुसीं वेख रहे हो जीको न्यूज़। है चौधरी लियाकत अली मांगट कंबो तुहाडी खिदमत विच हाज़र नवीं स्टोरी दे नाल। जनाब, ज़िला मंडी बालदीन, गाँव मांगट, पिंड मांगट दे विच बिस्मिल्ला ज्यूलर्स दे उत्ते कल डकैती हुई है ते इस दे उत्ते हाले तक कोई अमल दरामद नहीं होया। जनैर साहब साडे नाल मौजूद ने, जिहड़े चीफ एग्जैक्टिव ने। ये सानू सारी सूरत हाल तो दस आगाह करनगे भी की इन्हां नाल होया, किस तरह नौसरबाज इन्हां कोल आए ने। अस्सलाम वालेकुम जी। वालेकुम अस्सलाम व रहमतुल्लाहि व बरकातुहू। जी अल्हम्दुलिल्लाह, आप सुनाओ जनाब? ठीक ठाक, शुक्र अल्लाह पाक दा जी। जनैर साहब, ये जिहड़े ਉਹ ਤੁਹਾਡੇ ਨਾਲ ਇਹ ਵਾਰਦਾਤ ਹੋਈ ਹੈ ਨੌਸਰਬਾਜ਼ਾਂ ਦੀ, जी जी ਇਹ ਸਰ ਤੁਸੀਂ ਇਹ ਸਾਨੂੰ ਤਫਸੀਲਨ ਦੱਸੋ ਵੀ ਇਹ ਕਿਸ ਤਰ੍ਹਾਂ ਹੋਇਆ। ये जनाब मैं तुहानू तफसीलन सारी दास्तान सुनाना जी कि सैकंड टाइम सी असर तो थोड़ी देर पहले दा। ठीक है। मैं अपनी दुकान ते इत्थे बैठा सी, असर दी तैयारी कर रहा है कि चलो नमाज वास्ते ना जाके अजान पढ़नी मस्जिद च। ठीक है। इतनी देर च सामने तो ना इत्थों गड्डी आई है सफ़ेद कलर दी करोला कार, जिहदा नंबर LE 7837 है। ठीक है। ਉਹ ਜਨਾਬ ਲਈ ਗੱਡੀ ਆਈ ਹੈ ਤੇ ਉਹਨਾਂ ਨੇ ਇੱਥੇ ਆਪਣਾ ਬ੍ਰੇਕ ਲਾਈ ਹੈ। ਬ੍ਰੇਕ ਲਾ ਕੇ ਤੇ ਇੱਕ ਵਿੱਚੋਂ ਲੇਡੀਜ਼ ਉਹਨਾਂ ਮੇਰੇ ਕੋਲ ਭੇਜ ਦਿੱਤੀ ਹੈ। ਅੱਛਾ। ਉਹ ਅੰਦਰ ਆਈ ਹੈ, ਇਹਨਾਂ ਨੇ ਗੱਡੀ ਅੱਗੇ ਚਲੇ ਗਈ ਹੈ। ਨਾਲ ਉਹਨਾਂ ਦੇ ਫਰੰਟ ਤੇ ਇੱਕ ਯਾਨੀ ਕਿ 50 ਸਾਲ ਦੇ ਲਗਭਗ ਦੀ ਨਾ ਇੱਕ ਹੋਰ ਉਹਨਾਂ ਦੇ ਔਰਤ ਬੈਠੀ ਸੀ ਫਰੰਟ ਸੀਟ ਤੇ। ਅੱਛਾ। ਉਹਦੀ ਗੋਦ 'ਚ ਇੱਕ ਛੋਟਾ ਜਿਹਾ ਬੱਚਾ ਹੈ, ਨਾਲ ਇੱਕ ਡਰਾਈਵਰ ਆਈ, ਉਹਨੇ ਆਪਣਾ ਸ਼ਰਟ ਪਾਈ ਸੀ ਦੂਸਰੀ ਟੀ-ਸ਼ਰਟ ਵਗੈਰਾ। ਠੀਕ ਹੈ। ਉਹ ਜਨਾਬ ਲਈ ਗੱਡੀ ਅੱਗੇ ਲੈ ਗਏ। ਮੈਂ ਹੈਰਾਨ ਕਿ ਇਕੱਲੀ ਔਰਤ ਨੂੰ ਇਹਨਾਂ ਨੇ ਮੇਰੇ ਕੋਲ ਭੇਜ ਦਿੱਤਾ। ਮੈਂ ਉਹਨੂੰ ਪੁੱਛ ਰਿਹਾ ਕਿ ਹਾਂਜੀ ਕੀ ਚਾਹੀਦਾ। ਉਹਨਾਂ ਨੇ ਕਿਹਾ ਜੀ ਸਾਨੂੰ ਆਪਣਾ ਰਿੰਗ ਚਾਹੀਦੀ ਹੈ ਇੱਕ। ਮੈਂ ਕਿਹਾ ਬਾਜੀ ਤੁਸੀਂ ਮੰਗੜ ਦੇ ਨਹੀਂ, ਮੈਨੂੰ ਲੱਗਦੇ ਤੁਹਾਡਾ ਲਬੋ ਲਹਿਜਾ ਜਿਹੜਾ ਨਹੀਂ ਉਹ ਕਿਸੇ ਹੋਰ ਪਾਸੇ ਦਾ। ਠੀਕ ਹੈ। ਤੇ ਇਹ ਫਰਮਾਓ ਕਿ ਤੁਸੀਂ ਇੱਥੇ ਕਿਸ ਸਿਲਸਿਲੇ ਨਾਲ ਆਏ ਹੋ। ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਮੰਗਟ ਵਿੱਚ ਇੱਕ ਰਾਣਾ ਬਰਾਦਰੀ ਵਿੱਚ ਨਾ ਅਸੀਂ ਰਿਸ਼ਤੇਦਾਰੀ ਕਰਨਾ ਚਾਹੁੰਦੇ ਹਾਂ। ਅਸੀਂ 50 ਦੇ ਰਹਿਣ ਵਾਲੇ ਹਾਂ ਤੇ ਉੱਥੋਂ ਹੀ ਅਸੀਂ ਆਏ ਹਾਂ ਤੇ ਹੁਣ ਸਾਨੂੰ ਐਮਰਜੈਂਸੀ ਇੱਕ ਰਿੰਗ ਦੀ ਜ਼ਰੂਰਤ ਪੈ ਗਈ ਹੈ। ਬਜਾਏ ਸਾਡਾ 1-2 ਦਿਨ ਵੇਸਟ ਹੋਵੇ ਤੇ ਤੁਸੀਂ ਮਿਹਰਬਾਨੀ ਕਰੋ ਸਾਨੂੰ ਕੋਈ ਦਿਖਾਓ ਅੱਛੀ ਜੀ। ਮੈਂ ਕਿਹਾ ਜੀ ਠੀਕ ਹੈ ਦਿਖਾਉਂਦੇ ਹਾਂ ਤੁਹਾਨੂੰ। ਉਹਨਾਂ ਨੇ ਦਿਖਾਈਆਂ ਅੰਗੂਠੀਆਂ, ਉਹਨਾਂ ਨੇ ਅੰਗੂਠੀਆਂ ਦੇਖੀਆਂ, ਕਹਿੰਦੇ ਜੀ ਹੋਰ ਦਿਖਾਓ। ਮੈਂ ਕਿਹਾ ਜੀ ਪਹਿਲੇ ਇੱਕ ਡੱਬਾ ਦੇਖ ਲਓ ਫਿਰ ਦੂਸਰਾ ਦਿਖਾਉਂਦੇ ਹਾਂ, ਅਗਰ ਇਹਦੇ ਨਹੀਂ ਪਸੰਦ ਤੇ ਫਿਰ ਦੂਸਰਾ ਦਿਖਾਉਂਦੇ ਹਾਂ। ਉਹਨਾਂ ਨੇ ਕਿਹਾ ਜੀ ਇਹ ਦੂਸਰਾ ਦਿਖਾਓ। ਦੋਨੋਂ ਉਹਨਾਂ ਨੇ ਡੱਬੇ ਅੰਜ ਆਪਣੇ ਕੋਲ ਹੀ ਰੱਖ ਲੈਣ ਤੇ ਮੈਨੂੰ ਕੋਈ ਥੋੜੀ ਜਿਹੀ ਨਾ ਮਸ਼ਕੂਕੀ ਹੋਈ ਹੈ, ਜਿਸ ਤਰ੍ਹਾਂ ਕਹਿੰਦੇ ਨਾ ਇਨਸਾਨ ਦੀ ਛਟੀ ਇਸ ਕੰਮ ਕਰ ਰਹੀ ਹੈ। ਮੈਂ ਖੜਾ ਹੋ ਗਿਆ, ਮੈਂ ਕਿਹਾ ਜੀ ਬਾਜੀ ਦੇ ਕੋਈ ਪਸੰਦ ਹੈ। ਇੰਨੀ ਦੇਰ 'ਚ ਉਧਰੋਂ ਗੱਡੀ ਉਹਨਾਂ ਨੇ ਮੋੜ ਕੇ ਵਾਪਸ ਲਿਆਂਦੀ ਤੇ ਉਹ ਹਰਨ ਤੇ ਹਰਨ ਜਲਦੀ ਕਰੋ ਜਲਦੀ ਕਰੋ। ਮੈਂ ਕਿਹਾ ਤੁਹਾਨੂੰ ਕੀ ਜਲਦੀ ਹੈ? ਉਹ ਕਹਿੰਦੇ ਨੇ ਜਲਦੀ ਤੇ ਕੋਈ ਨਹੀਂ, ਅੱਗੇ 2-3 ਗੱਡੀਆਂ ਆ ਰਹੀਆਂ ਤੇ ਉਹਦੀ ਵਜ੍ਹਾ ਤੋਂ ਰਸਤਾ ਬੰਦ ਹੈ, ਰਕਸ਼ਾ ਖਲੋ ਗਿਆ ਤੇ ਇਸ ਵਾਸਤੇ ਨਾ ਜ਼ਰਾ ਜਲਦੀ ਹੈ। ਠੀਕ ਹੈ। ਉਹਨਾਂ 2 ਅੰਗੂਠੀਆਂ ਦਿਖਾਈਆਂ ਨੇ, ਇੱਕ ਦੀ ਕੀਮਤ ਸੀ ਕੋਈ ਤਕਰੀਬਨ 75,000 ਰੁਪਇਆ। ਠੀਕ ਹੈ। ਇੱਕ ਦੀ ਕੀਮਤ ਸੀ 48,000 ਰੁਪਇਆ। ਠੀਕ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਨਾ 75 ਵਾਲੀ ਥੋੜੀ ਜਿਹੀ ਹੈਵੀ ਅਮਾਊਂਟ ਹੈ, ਤੁਸੀਂ ਸਾਨੂੰ ਇੰਝ ਕਰੋ ਕਿ ਇਹ ਜਿਹੜੀ ਹੈ ਨਾ 48,000 ਰੁਪਏ ਵਾਲੀ ਇਹ ਮੁਨਾਸਬ ਕੀਮਤ ਦੀ ਸਾਨੂੰ ਇਹਦੀ ਨਾ ਪਰਚੀ ਬਣਾ ਦਿਓ, ਪੈਕ ਕਰ ਦਿਓ। ਉਹਨਾਂ ਨੇ ਜਨਾਬ ਲਈ ਬੜਾ ਤਹਮਲ ਮਜ਼ਾਜੀ ਦਾ ਮੁਜ਼ਾਹਰਾ ਕੀਤਾ। ਉਹਨਾਂ ਨੇ ਕੋਈ ਉਹ ਨਹੀਂ ਆਖਿਆ ਕਿ ਲੋ ਜੀ ਅਸੀਂ ਕੋਈ ਆਇੰਦੇ ਬੰਦੇ, ਕੋਈ ਉਹਨਾਂ ਦੇ ਅੰਦਰ ਹੁੰਦੀ ਨਾ ਕੋਈ ਨਾ, ਬਿਲਕੁਲ ਨਹੀਂ। ਅੰਗੂਠੀ ਦੀ ਪਰਚੀ ਬਣਾਈ, ਉਹਨਾਂ ਨੇ ਰਿੰਗ ਪੈਕ ਕਰਕੇ ਦਿੱਤੀ। ਲੋ ਜੀ ਕਿ ਮੈਂ ਕਿਹਾ ਜੀ ਪੈਸੇ, ਕਹਿੰਦੇ ਜੀ ਤੁਸੀਂ ਅੰਗੂਠੀ ਆਪਣੇ ਕੋਲ ਰੱਖੋ, ਪਰਚੀ ਵੀ ਕੋਲ ਰੱਖੋ, ਅਸੀਂ 1 ਮਿੰਟ ਨਾ ਤੁਹਾਨੂੰ ਇਜ਼ੀ ਪੈਸਾ ਵਾਲੀ ਦੁਕਾਨ ਤੋਂ ਨਾ ਪੈਸੇ ਕਢਾ ਕੇ ਦਿੰਦੇ ਹਾਂ। ਮੈਂ ਕਿਹਾ ਜੀ ਠੀਕ ਹੈ। ਉਹ ਔਰਤ ਜਿਹੜੀ ਹੈ ਉਹਨੇ 2 ਕਦਮ ਅੱਗੇ ਹੋਈ ਹੈ ਤੇ ਫਿਰ ਉੱਥੇ ਵਾਪਸ ਹੋ ਗਈ ਹੈ ਤੇ ਕਹਿੰਦੀ ਹੈ ਵੀ ਤੁਸੀਂ ਇੰਝ ਕਰੋ ਆਪਣਾ ਅਕਾਊਂਟ ਨੰਬਰ ਦਿਓ ਨਾ, ਮੋਬਾਈਲ ਨੰਬਰ, ਅਸੀਂ ਤੁਹਾਨੂੰ ਉਹਦੇ ਸੈਂਡ ਕਰ ਦਿੰਦੇ ਹਾਂ। ਤੇ ਮੈਂ ਕਿਹਾ ਚਲੋ ਠੀਕ ਹੈ, ਮੇਰੇ ਕੋਲ ਅੱਗੇ ਵੀ ਪੈਸੇ ਹੁੰਦੇ ਨੇ, ਅੱਗੇ ਟ੍ਰਾਂਸਫਰ ਵੀ ਕਰੀ ਦੇਣ। ਉਹ ਜਨਾਬ ਉਹਨੇ ਮੇਰੇ ਨੰਬਰ ਤੇ ਨਾ ਮੋਬਾਈਲ ਨੰਬਰ ਮੇਰਾ ਲੈ ਕੇ ਤੇ ਉੱਤੇ ਉਹਨੇ 48,000 ਰੁਪਏ ਦਾ ਖਾਲੀ ਮੈਸੇਜ ਈਜ਼ੀ ਪੈਸਾ ਟੂ ਅਕਾਊਂਟ ਟ੍ਰਾਂਸਫਰ ਫਲਾਨ ਨੰਬਰ, ਕਹਿੰਦੀ ਲੋ ਬੀਬੀ ਨਹੀਂ। ਮੈਨੂੰ ਕਹਿੰਦੀ ਲੋ ਜੀ ਆ ਗਿਆ ਨਾ, ਇਹ ਦੇਖੋ ਮੇਰਾ ਮੋਬਾਈਲ ਇਹ ਹੋ ਗਿਆ ਨਾ। ਮੈਂ ਉਹਦਾ ਮੋਬਾਈਲ ਦੇਖਿਆ, ਮੈਂ ਕਿਹਾ ਠੀਕ ਹੈ ਤੇਰੇ ਕੋਲ ਤੇ 48,000 ਰੁਪਇਆ ਲਿਖਿਆ ਆ ਗਿਆ। ਹੁਣ ਮੈਨੂੰ 1 ਮਿੰਟ ਆਪਣਾ ਮੋਬਾਈਲ ਚੈੱਕ ਕਰਨ ਦੇ। ਮੈਂ ਆਪਣਾ ਮੋਬਾਈਲ ਚੈੱਕ ਕੀਤਾ, 37 ਤੋਂ ਮੈਸੇਜ ਨਹੀਂ ਆਇਆ ਤੇ ਮੈਂ ਉਹਨੇ ਕਿਹਾ ਕਿ ਨਹੀਂ ਆਇਆ। ਉਹ ਕਹਿੰਦੀ ਚੈੱਕ ਕਰੋ। ਮੈਂ ਦੁਬਾਰਾ ਜਿਸ ਟਾਈਮ ਚੈੱਕ ਕੀਤਾ ਨਾ *786# ਹੈਸ਼ ਚੈੱਕ ਬੈਲੈਂਸ ਇਹ ਉਹ, ਉਹਦੇ ਚੈੱਕ ਕੀਤਾ ਤੇ ਉਹ ਬੈਲੈਂਸ ਨਹੀਂ ਹਲੇ ਆਇਆ ਮੇਰੇ ਕੋਲ। ਮੇਰੇ ਕੋਲ ਆਪਣਾ ਮੌਜੂਦਾ ਬੈਲੈਂਸ ਹੀ ਸ਼ੋ ਹੋ ਰਿਹਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੀ ਭੈਣ 1 ਮਿੰਟ ਰੁਕ, ਜਲਦਬਾਜ਼ੀ ਨਾ ਕਰ, ਮੇਰੇ ਕੋਲ ਤੇਰੇ ਪੈਸੇ ਨਹੀਂ ਹਲੇ ਪਹੁੰਚੇ। ਉਹਨੇ ਕਿਹਾ ਜੀ ਐਸੀ ਕੋਈ ਗੱਲ ਨਹੀਂ, ਅਸੀਂ ਤੇ ਹੁਣ ਸੈਂਡ ਕੀਤੇ ਨੇ, ਸ਼ਾਇਦ ਕੋਈ ਨੈਟ ਦੀ ਪ੍ਰੋਬਲਮ ਹੋਵੇ, ਅਸੀਂ ਇਹ ਰਸ਼ ਬਣ ਗਿਆ, ਗੱਡੀ ਸਾਈਡ ਤੇ ਲਾ ਕੇ ਖੜੇ ਆ, ਤੁਸੀਂ ਆਰਾਮ ਨਾਲ ਚੈੱਕ ਕਰ ਲਓ ਤੇ ਐਸੀ ਕੋਈ ਗੱਲ ਨਹੀਂ ਹੈ। ਤੇ ਰਿੰਗ ਉਹਨਾਂ ਦੇ ਕੋਲ, ਰਿੰਗ ਉਹਨਾਂ ਨੇ ਆਪਣੇ ਹੱਥ 'ਚ ਕਰ ਲਈ। ਠੀਕ ਹੈ। ਮੈਂ ਜਨਾਬ ਮੋਬਾਈਲ 'ਚ ਚੈੱਕ ਕਰਨ ਲੱਗ ਗਿਆ
ਜਿਸ ਵੇਲੇ ਵੇਖਿਆ ਕਿ ਨਹੀਂ ਆਇਆ, ਮੈਂ ਉਸੇ ਟਾਈਮ ਫੌਰਨ ਆਪਣਾ ਲਾਕ ਲਾਇਆ ਤੇ ਮੈਂ ਉਧਰੋਂ ਜਿਸ ਟਾਈਮ ਬਾਹਰ ਨਿਕਲਿਆ ਤੇ ਉਹ ਗੱਡੀ ਹੈ ਹੀ ਨਹੀਂ ਹੈ। ਫੌਰਨ ਜਨਾਬ ਅਲੀ ਕੈਮਰਿਆਂ ਵਿੱਚੋਂ ਵੇਖਿਆ ਤੇ ਉਹ ਗੱਡੀ ਨਿਕਲ ਗਈ ਹੈ। ਫਿਰ ਮੈਂ ਕੀ ਕੰਮ ਕੀਤਾ ਜਨਾਬ ਅਲੀ, ਚੌਧਰੀ ਲਿਆਕਤ ਅਲੀ ਮੰਗਟ ਸਾਹਿਬ ਜੀ ਕੇ ਨਿਊਜ਼, ਤੁਸੀਂ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਇਤਨੇ ਤਾਵਨ ਕੀਤਾ, ਇਤਨੀ ਹੌਸਲਾ ਅਫਜ਼ਾਈ ਕੀਤੀ ਹੈ ਔਰ ਤੁਹਾਡਾ ਪੂਰੀ ਦੁਨੀਆ 'ਚ ਵੇਖਿਆ ਜਾ ਰਿਹਾ ਜੀ ਕੇ ਨਿਊਜ਼। ਅਸੀਂ ਜਨਾਬ ਅਲੀ ਫੌਰਨ 15 ਤੇ ਕਾਲ ਕੀਤੀ। ਮੈਂ ਕਿਹਾ ਜੀ ਮੈਂ ਮੰਗਟ ਤੋਂ ਬਿਸਮਿਲ੍ਲਾ ਜਿਊਲਰ ਤੋਂ ਜ਼ੁਨੈਰ ਅਲੀ ਬੋਲ ਰਿਹਾ, ਮੇਰੇ ਨਾਲ ਇਹ ਨੌਸਰਬਾਜ਼ੀ ਹੋ ਗਈ ਹੈ ਤੇ ਇਸ ਤਰ੍ਹਾਂ ਦਾ ਗੈਂਗ ਹੈ। ਉਹਨਾਂ ਨੇ ਮੇਰੇ ਨਾਲ ਨਾ 2 ਨੰਬਰੀ ਕਰ ਲਈਏ ਤੇ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਹੈ ਉਹ ਇਹ 0316 72 18 737 ਇਹ ਉਹਨਾਂ ਦਾ ਮੋਬਾਈਲ ਨੰਬਰ ਹੈ ਔਰ ਗੱਡੀ ਦਾ ਨੰਬਰ ਹੈ LE 7837 ਸਫੇਦ ਕਲਰ ਦੀ ਹੈ, ਗਾਲਬਨ 16 ਮਾਡਲ ਜਾਂ 17 18 ਇਹਦੇ ਲਗਭਗ ਹੈ। ਅੱਗੇ ਉਹਦੀ ਸਕਰੀਨ ਵੀ ਥੋੜੀ ਡੈਮੇਜ ਹੈ, ਬੰਪਰ ਵੀ ਉਹਦਾ ਟੁੱਟਿਆ ਤੇ ਉਹ ਜਨਾਬ ਅਲੀ 15 ਤੇ ਕਾਲ ਕੀਤੀ। 15 ਤੋਂ ਅੱਗੋਂ ਲੇਡੀ ਐਲਕਾਰ ਬੋਲੀ, ਉਹ ਕਹਿੰਦੀ ਹੈ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ? ਮੈਂ ਕਿਹਾ ਜੀ ਮੰਗਟ ਤੋਂ। ਕੀ ਹੋਇਆ ਜੀ? ਉਹ ਪੂਰੀ ਦਾਸਤਾਨ ਦੇ ਉਹਨੇ 5 ਮਿੰਟ ਮੇਰੇ ਵੇਸਟ ਕਰ ਦਿੱਤੇ, ਬਜਾਏ ਕਿ ਮੈਂ ਉਹਨੂੰ ਦੱਸ ਰਿਹਾ ਮੈਂ ਕਿਹਾ ਵਾਰਦਾਤ ਪਈ ਹੈ ਤੇ ਇਹ ਗੱਡੀ ਦਾ ਨੰਬਰ ਹੈ, ਇਹ ਉਹਨਾਂ ਦਾ ਮੋਬਾਈਲ ਨੰਬਰ ਹੈ, ਬੈਲ ਜਾ ਰਹੀ ਹੈ, ਤੁਸੀਂ ਟਾਵਰ ਉਹਨਾਂ ਨਾਲ ਰਬਤਾ ਕਰੋ ਜਾਇਜ਼ ਵਾਲਿਆਂ ਨਾਲ ਕਿ ਕਿਸ ਟਾਵਰ ਤੋਂ ਸਿਗਨਲ ਲੈ ਰਹੇ ਨੇ, ਫੌਰਨ ਨਾਕਾਬੰਦੀ ਕਰੋ, ਬੰਦੇ ਟਰੇਸ ਕਰੋ, ਫੌਰੀ ਐਕਸ਼ਨ ਲਿਆ ਜਾਂਦਾ ਤੇ ਪਕੜੇ ਜਾਣੇ ਸੀ। ਪਕੜੇ ਜਾਣਾ ਸੀ ਜਨਾਬ। ਕਿ 2 4 5 ਮਿੰਟ 'ਚ ਗੱਡੀ ਕਿੰਨਾ ਕੁ ਸਫ਼ਰ ਕਰ ਲੈਣਾ ਸੀ। ਉਹਨਾਂ ਨੇ ਜੀ ਤੁਹਾਨੂੰ ਕਰੀਬੀ ਥਾਣਾ ਕਿਹੜਾ ਲੱਗਦਾ ਹੈ ਜੀ, ਉਹ ਰਿੰਗ ਕਿਸ ਤਰ੍ਹਾਂ ਦੀ ਸੀ, ਬੰਦੇ ਕਿੰਨੇ ਆਏ ਨੇ, ਨਾਲ ਔਰਤਾਂ ਕਿੰਨੀਆਂ ਸੀ, ਬੱਚੇ ਕਿੰਨੇ ਸੀ, ਅੱਛਾ ਗੱਡੀ ਕਿਹੜੇ ਪਾਸੇ ਗਈ ਹੈ ਜੀ। ਮੈਂ ਕਿਹਾ ਜੀ ਇੰਨੀ ਦੇਰ 'ਚ ਤੇ ਬੰਦਾ 50 ਕ੍ਰਾਸ ਕਰ ਜਾਂਦਾ, ਜਿੰਨੀ ਦੇਰ ਤੁਸੀਂ ਤਫਸੀਲ ਪੁੱਛਦੇ ਹੋ ਪਿਆ, ਤੁਹਾਨੂੰ ਜਿਹੜੀ ਦਾ ਗੱਲ ਦੱਸੀ ਤੁਸੀਂ ਮਿਹਰਬਾਨੀ ਉਹ ਕਰੋ। ਉਹਨਾਂ ਨੇ ਕਿਹਾ ਠੀਕ ਹੈ ਜੀ ਸਾਡੇ ਬੰਦੇ ਆਉਂਦੇ ਨੇ। 5 ਮਿੰਟ ਗੁਜ਼ਰਨੇ, 5 ਮਿੰਟ ਪੂਰੇ ਗੁਜ਼ਰ ਗਏ ਜਨਾਬ। ਉਸ ਤੋਂ ਬਾਅਦ ਜਨਾਬ ਲਈ ਕਾਲ ਆਈ ਚੌਕੀ 'ਚੋਂ ਜੀ ਤੁਸੀਂ ਕਾਲ ਕੀਤੀ 15 ਤੇ। ਮੈਂ ਕਿਹਾ ਜੀ ਕਾਲ ਕੀਤੀ, ਮੇਰੇ ਨਾਲ ਇਹ ਵਾਰਦਾਤ ਪੈ ਗਈ ਹੈ। ਉੱਥੋਂ ਜਨਾਬ ਲਈ 2 ਐਲਕਾਰ ਆ ਗਿਆ, ਉਹਨਾਂ ਨੇ ਮੇਰਾ ਇੰਟਰਵਿਊ ਕੀਤਾ। ਹਾਂਜੀ ਕੀ ਹੋਇਆ, ਕੀ ਮਸਲਾ ਬਣਿਆ? ਮੈਂ ਕਿਹਾ ਜੀ ਇਹ ਵਾਰਦਾਤ ਪਈ, ਇਸ ਤਰ੍ਹਾਂ ਹੋਇਆ। ਉਹਨਾਂ ਨੇ ਕੈਮਰਿਆਂ ਵਿੱਚ ਗੱਡੀ ਦਿਖਾਈ। ਮੈਂ ਕਿਹਾ ਜੀ ਇਹ ਬੰਦੇ ਨੇ, ਇਹ ਗੱਡੀ ਨੰਬਰ ਹੈ, ਮੋਬਾਈਲ ਨੰਬਰ ਹੈ। ਉਹਨਾਂ ਨੇ ਸਾਰਾ ਕੁਝ ਮੇਰਾ ਲਿਖ ਕੇ ਲੈ ਗਿਆ। ਉਹਨਾਂ ਨੇ ਕਿਹਾ ਠੀਕ ਹੈ ਜੀ ਅਸੀਂ ਟਰੇਸ ਕਰਨੇ ਆ। ਤੇ ਫਿਰ ਜਨਾਬ ਲਈ ਉਹ ਚਲੇ ਗਿਆ। ਉਸ ਤੋਂ ਬਾਅਦ ਫਿਰ ਕਿਸੇ ਥਾਣੇ 'ਚੋਂ ਜਾਂ ਅੱਲਾ ਜਾਣੇ ਕਿਹੜੀ ਜਗ੍ਹਾ ਤੋਂ ਕਾਲ ਆਈ, ਕਹਿੰਦੇ ਜੀ ਤੁਸੀਂ 15 ਤੇ ਕਾਲ ਕੀਤੀ ਹੈ। ਮੈਂ ਕਿਹਾ ਜੀ ਕੀਤੀ ਹੈ। ਤੇ ਉਹ ਕੀ ਦਾਸਤਾਨ ਹੈ? ਮੈਂ ਕਿਹਾ ਜੀ ਉਹ ਚੌਕੀ ਪੁਲਿਸ ਆਈ ਹੈ, ਉਹਨਾਂ ਨੇ ਦੱਸ ਦਿੱਤੀ, ਤੁਸੀਂ ਸਾਨੂੰ ਵੀ ਥੋੜ੍ਹੀ ਜਿਹੀ ਦੱਸ ਦਿਓ। ਮੈਂ ਕਿਹਾ ਤੁਸੀਂ ਚਸਕਾ ਬਣਾਏ ਆ ਤੇ ਸਾਡਾ ਨੁਕਸਾਨ ਹੋਇਆ, ਜਦ ਇੱਕ ਬੰਦੇ ਨੇ ਦੱਸ ਦਿੱਤੀ ਹੈ ਤੇ ਤੁਸੀਂ ਕਾਰਵਾਈ ਕਰੋ। ਉਹ ਜਨਾਬ ਲਈ ਫਿਰ ਪੁਲਿਸ ਵਾਲੇ ਅੱਗੇ ਬਾਜ਼ਾਰ ਗਿਆ। ਉਹ 5-10 ਮਿੰਟ ਤੋਂ ਬਾਅਦ ਫਿਰ ਆਏ, ਕਹਿੰਦੇ ਜੀ ਤੁਸੀਂ ਇੰਝ ਕਰੋ ਚੌਕੀ 'ਚ ਆਓ, ਉੱਥੇ ਆ ਕੇ ਤੁਸੀਂ ਦਰਖਾਸਤ ਦਿਓ ਕਿ ਸਾਡੇ ਨਾਲ ਇਹ ਵਾਰਦਾਤ ਹੋਈ ਹੈ। ਮੈਂ ਕਿਹਾ ਜੀ ਠੀਕ ਅਸੀਂ ਆਉਂਦੇ ਹਾਂ। ਅੱਧੇ ਪੌਣੇ ਘੰਟੇ ਬਾਅਦ ਜਦੋਂ ਅਸੀਂ ਚੌਕੀ ਗਏ ਹਾਂ, ਇਹਨਾਂ ਨੂੰ ਮਗਰਬ ਦਾ ਟਾਈਮ ਹੋ ਗਿਆ ਸੀ। ਮਗਰਬ ਤੋਂ ਬਾਅਦ ਅਸੀਂ ਨਮਾਜ਼ ਤੋਂ ਬਾਅਦ ਗਏ ਹਾਂ ਤੇ ਉੱਥੇ ਪਤਾ ਕੀਤਾ ਜੀ, ਉਹਨਾਂ ਨੇ ਕਿਹਾ ਸੱਜਾਦ ਨਾਮ ਦਾ ਐਲਕਾਰ ਸੀ, ਉਹਨੇ ਕਿਹਾ ਜੀ ਦੂਸਰੇ ਆਪਣਾ ਆਦਲ ਸਾਹਿਬ ਤੇ ਉਹ ASI ਵਗੈਰਾ ਜਿਹੜੇ ਨੇ ਉਹ ਕਿਧਰੇ ਗਏ ਨੇ ਤੇ ਤੁਸੀਂ ਇੰਝ ਕਰਿਓ ਕਿ ਸੁਬਾਹ ਆਇਓ। ਉਹ ਜਨਾਬ ਲਈ ਇਹ ਵਾਰਦਾਤ ਹੋਈ ਹੈ ਮੇਰੇ ਨਾਲ ਤੇ ਹਲੇ ਤੱਕ ਕੋਈ ਅਮਲ ਦਰਾਮਦ ਨਹੀਂ ਹੋਇਆ। ਫਿਰ ਜਨਾਬ ਲਈ ਮੈਂ ਮੰਡੀ ਬਹਾਉਲਦੀਨ ਇਹ ਨੰਬਰ ਟਰੇਸ ਕਰਵਾਇਆ, ਜ਼ੋਂਗ ਦਾ ਨੰਬਰ ਹੈ ਤੇ ਜ਼ੋਂਗ ਦਾ ਨੰਬਰ ਅੱਗੋਂ ਜੈਜ਼ ਤੇ ਕਨਵਰਟ ਹੋਇਆ। ਮੈਂ ਜੈਜ਼ ਦੇ ਦਫ਼ਤਰ ਤੇ ਗਿਆ। ਮੈਂ ਜੈਜ਼ ਦੇ ਦਫ਼ਤਰ ਤੇ ਜਾ ਕੇ ਉਹਨਾਂ ਨੇ ਆਖਿਆ, ਮੈਂ ਕਿਹਾ ਭਾਈ ਜਾਨ ਮੇਰੇ ਨਾਲ ਇਹ ਵਾਰਦਾਤ ਪਈ ਹੈ, ਮੈਂ ਮੰਗੜ ਦਾ ਰਹਿਣ ਵਾਲਾ, ਬਿਸਮਿਲ੍ਲਾ ਜਿਊਲਰ ਸ਼ਾਪ ਹੈ ਮੇਰੀ, ਤੇ ਤੁਸੀਂ ਮੇਰੀ ਰਹਿਨੁਮਾਈ ਕਰੋ। ਇਹ ਮੈਨੂੰ ਦੱਸੋ ਕਿ ਕਿਹੜੀ ਜਗ੍ਹਾ ਤੇ ਇਸ ਟਾਈਮ ਇਹ ਸਿਗਨਲ ਲੈ ਰਹੀ ਹੈ ਸਿਮ। ਉਹਨਾਂ ਨੇ ਕਿਹਾ ਜੀ ਕੀ ਹੋਇਆ? ਮੈਂ ਕਿਹਾ ਜੀ ਮੇਰੇ ਨਾਲ ਇਸ ਤਰ੍ਹਾਂ ਉਹਨਾਂ ਨੇ 2 ਨੰਬਰੀ ਕੀਤੀ, ਮੇਰੇ ਨਾਲ ਫਰਾਡ ਹੋ ਗਿਆ ਤੇ ਮੈਂ ਉਹ ਬੰਦੇ ਟਰੇਸ ਕਰਵਾਉਣਾ ਚਾਹੁੰਦਾ, ਮੈਂ ਉਹਨਾਂ ਦੇ ਖਿਲਾਫ FIR ਕਟਾਣੀ ਹੈ। ਉਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਅਲਾਓ ਨਹੀਂ ਹੈ, ਅਸੀਂ ਤਾਂ ਸਿਰਫ ਪੈਕੇਜ ਲਾਉਂਦੇ ਹਾਂ, ਪੈਕੇਜ ਬੰਦ ਕਰਨੇ ਆ, ਸਿਮ ਖੋਲ੍ਹਨੇ ਆ, ਸਿਮ ਬੰਦ ਕਰਨੇ ਆ, ਇਸ ਤੋਂ ਅੱਗੇ ਅਸੀਂ ਕੁਝ ਨਹੀਂ ਦੱਸ ਸਕਦੇ। ਮੈਂ ਕਿਹਾ ਇਹਦਾ ਮਤਲਬ ਹੈ ਕਿ ਤੁਸੀਂ ਚੋਰਾਂ ਦਾ ਦਿਫਾਅ ਨਾਲ ਹੋ ਕੇ ਕਰ ਰਹੇ ਹੋ, ਬਜਾਏ ਤੁਸੀਂ ਮੇਰੀ ਰਹਿਨੁਮਾਈ ਕਰਨੇ ਦੇ। ਹਾਂ ਜੀ ਇੱਕ ਮਜ਼ਲੂਮ ਨਾਲ ਜ਼ੁਲਮ ਹੋਇਆ, ਉਹਦੀ ਦਾਦ ਰਸੀ ਕਰੀਏ ਤੇ ਤੁਸੀਂ ਉਲਟਾ ਮੈਨੂੰ ਕੋਈ ਗਾਹ ਨਹੀਂ ਪਾ ਰਿਹਾ। ਉਹ ਜਨਾਬ ਲਈ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਆਪਣੀ ਮਦਦ ਆਪ ਹੀ ਕਰਨੀ ਜੀ, ਇੱਥੇ ਕੋਈ ਕਿਸੇ ਦਾ ਵਾਰਸ ਨਹੀਂ ਹੈ। ਅਗਰ ਹੈ ਤੇ ਇੱਕ ਵਾਹਿਦ ਨਿਊਜ਼ ਵਾਲੇ ਚੈਨਲ ਵਾਲੇ ਨੇ, GK ਨਿਊਜ਼ ਮੰਗਟ ਮੰਡੀ ਬਹਾਉਲਦੀਨ ਵਾਲੇ, ਚੌਧਰੀ ਲਿਆਕਤ ਅਲੀ ਮੰਗਟ ਦਿਨ ਰਾਤ ਆਪਣੀ ਮਿਹਨਤ ਨਾਲ ਬੰਦਿਆਂ ਦੀ ਦਾਦ ਰਸੀ ਹੈਲਪ ਕਰ ਰਹੇ ਨੇ ਔਰ ਉਹਨਾਂ ਨੂੰ ਤੋੜ ਅਗਲੇ ਹਿੱਸੇ ਤੱਕ ਲੈ ਕੇ ਜਾ ਰਹੇ। ਇਹ ਨਹੀਂ ਕਿ ਲਓ ਜੀ ਜ਼ਬਾਨੀ ਕਲਾਮੀ ਇੰਟਰਵਿਊ ਕੀਤਾ ਤੇ ਉਹਨਾਂ ਨੂੰ ਫਾਰਗ ਕੀਤਾ, ਨਹੀਂ। ਔਰ ਆਖਰੀ ਗੱਲ ਹੁਣ ਇਹ ਕਿ ਵੀ ਜੋ ਕੁਝ ਹੋ ਗਿਆ ਮੇਰੇ ਨਾਲ ਤੇ ਹੋ ਗਿਆ। मैं दूजे अपने ताजर हजरातां अगे के पैगाम घलना कि बराए मेहरबानी तुसी इंज करो, जिस टाइम तुहाडे कोल कस्टमर आवे बाज़ औकात इस तरह हुंदा है कि खास करके जिहड़ा ज्वेलर है इहदे कोल सब तो कीमती चीज़ है।
ਜਾਂ ਸ਼ਾਪਿੰਗ ਸੈਂਟਰ ਵਾਲੇ ਕੋਲ ਆਉਂਦੀ ਹੈ ਤੇ ਉਹ ਅਕਸਰ ਇੰਜ ਆਖਦੀ ਹੈ, ਲੇਡੀਜ਼ ਹੋਣ ਜਾਂ ਕੋਈ ਜੈਂਟਸ ਹੋਣ, ਉਹ ਆਖਦੇ ਨੇ ਜੀ ਇਹ ਨਹੀਂ ਉਹ ਦਿਖਾਓ, ਉਹ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਬਗਲ 'ਚ ਦਬੰਦ ਨਹੀਂ, ਇਹ ਸਾਨੂੰ ਪਸੰਦ ਨਹੀਂ, ਚਲੋ ਫਿਰ ਆਉਂਦੇ ਆ। ਤੁਸੀਂ ਜੋ ਦਿਖਾਣਾ ਹੋਵੇ ਉਹ ਇੰਜ ਆਪਣੀ ਨਿਗਰਾਨੀ ਦਿਖਾਓ। ਇਹ ਦੇਖੋ ਮੈਂ ਆਪਣਾ ਸਾਹਮਣੇ ਸ਼ੋਕੇਸ ਦਾ ਨਾ ਰੱਖਿਆ ਆਰਟੀਫਿਸ਼ਲ ਲਾ ਕੇ, ਔਰ ਇਹਦੇ ਅੰਦਰ ਮੈਂ ਸੋਨਾ ਨਹੀਂ ਰੱਖਿਆ, ਇਹ ਥੱਲੇ ਮੈਂ ਰੱਖਿਆ ਲਾਕਰ, ਚਾਬੀਆਂ ਮੈਂ ਆਪਣਾ ਰੱਖਣਾ ਜੇਬ 'ਚ, ਠੀਕ ਹੈ ਜੀ। ਉਸ ਟਾਈਮ ਅਗਰ ਮਿਸਾਲ ਦੇ ਤੌਰ ਤੇ ਕਸਟਮਰ ਆਉਂਦਾ, ਉਹ ਡਿਮਾਂਡ ਕਰਦਾ, ਹਾਂਜੀ ਪੁੱਛੀਦਾ ਜੀ ਕੀ ਚਾਹੀਦਾ, ਉਹ ਕਹਿੰਦਾ ਜੀ ਮੈਨੂੰ ਰਿੰਗ ਚਾਹੀਦੀ ਹੈ। ਅਸੀਂ ਫੌਰਨ ਤੌਰ ਤੇ ਆਪਣਾ ਜਨਾਬ ਲਈ ਲਾਕਰ ਖੋਲਿਆ, ਇਹ ਆਪਣਾ ਡੱਬਾ ਕੱਢਿਆ ਰਿੰਗ ਦਾ, ਇਹ ਸੋਨਾ ਉਹਦੇ ਅੱਗੇ ਇਸ ਤਰ੍ਹਾਂ ਇਹ 12 ਪੀਸ ਲੱਗੇ ਨੇ ਜਿਹਦੇ ਵਿੱਚ ਇੱਕ 'ਚ ਇੰਜ ਰੱਖੀਦਾ ਤੇ ਸਾਹਮਣੇ ਖਲੋ ਜਾਏਦਾ, ਜੀ ਬਾਜੀ ਦੇ ਪਸੰਦ ਹੈ, ਉਹ ਕਹਿੰਦੇ ਦੂਸਰਾ ਦਿਖਾਓ, ਉਹਨੂੰ ਕਹਿੰਦਾ ਦੂਸਰਾ ਫਿਰ ਦੇਖਾਂਗੇ, ਪਹਿਲੇ ਇਹਦੇ 'ਚ ਪਸੰਦ ਕਰੋ, ਉਹ ਕਹਿੰਦੇ ਨਹੀਂ ਤੇ ਨਹੀਂ ਪਸੰਦ ਹੈ, ਉਹਨਾਂ ਨੇ ਕਹਿੰਦਾ ਠੀਕ ਹੈ ਜੀ ਦੂਸਰਾ ਦਿਖਾਉਂਦੇ ਹਾਂ। ਦੂਸਰਾ ਅਸੀਂ ਜਨਾਬ ਲਈ ਇਹ ਇੰਜ ਫੋਲਡ ਕਰਕੇ ਰੱਖ ਲਿਆ, ਦੂਸਰਾ ਡੱਬਾ ਫਿਰ ਹੁਣ ਜਨਾਬ ਲਈ ਅਸੀਂ ਕੱਢ ਰਹੇ ਹਾਂ, ਇਹ ਕਸਟਮਰ ਅੱਗੇ ਦੂਸਰਾ ਡੱਬਾ ਰੱਖ ਦਿੱਤਾ, ਇਹ ਲਓ ਜੀ ਪਸੰਦ ਕਰੋ ਜੀ। ਉਹ ਕਹਿੰਦਾ ਜੀ ਹਾਂਜੀ ਇਹ ਪਸੰਦ ਹੈ, ਇਹ ਨਹੀਂ ਪਸੰਦ ਹੈ, ਇਹ ਜਨਾਬ ਲਈ ਖਾਨਾ ਖਾਲੀ ਹੈ, ਇੱਥੋਂ ਕੱਲ੍ਹ ਉਹਨਾਂ ਨੇ ਰਿੰਗ ਮੇਰੇ ਨਾਲ ਨੌਸਰਬਾਜ਼ੀ ਲਈ ਹੈ, ਇਹ ਕੱਲ੍ਹ ਵੈਸੇ ਮੈਂ ਸੇਲ ਕੀਤੀ ਹੈ, ਇਹ ਖਾਨਾ ਖਾਲੀ ਹੈ। ਮੈਨੂੰ ਪਤਾ ਹੈ ਕਿ 12 ਦੀ ਤਾਦਾਦ ਹੈ, ਬਾਜ਼ ਕਾਤ ਇੰਜ ਹੁੰਦਾ ਜਿਸ ਟਾਈਮ 3-4 ਤੁਸੀਂ ਡੱਬੇ ਹੇਠ ਉੱਤੇ ਰੱਖ ਦੇਣੇ, ਲਓ ਜੀ ਪਸੰਦ ਕਰੋ ਜੀ, ਲਓ ਜੀ ਦੇਖੋ ਜੀ, ਲਓ ਜੀ ਦੇਖੋ ਜੀ। ਉਹ ਜਨਾਬ ਲਈ ਬੀਬੀਆਂ ਹੁੰਦੀਆਂ ਨੇ, 2-3 ਉੱਠ ਕੇ ਅੱਗੇ ਆ ਜਾਂਦੀਆਂ ਨੇ, ਬੰਦੇ ਦੇ ਅੱਗੇ ਉਹਲਾ ਕਰ ਲੈਂਦੀਆਂ ਨੇ, ਇੰਜ ਹੀ ਫੌਰਨ ਵੇਖ ਲੈਂਦੀਆਂ ਨੇ, ਤੇ ਦੂਸਰੀ ਬੀਬੀ ਕੀ ਕਰਦੀ ਹੈ, ਪੋਲਾ ਇਹ ਡੱਬਾ ਆਪਣੇ ਬਗਲ ਥੱਲੇ ਕੀਤਾ ਤੇ ਇੱਕ ਅੰਗੂਠੀ ਜੇ ਉਹਨਾਂ ਨੂੰ ਪਸੰਦ ਆ ਗਈ, ਉਹਨਾਂ ਨੇ ਤੁਹਾਨੂੰ ਗਾਹਕ ਦੁਕਾਨਦਾਰ ਨੂੰ ਮੁਤਮਿਨ ਕਰਨ ਵਾਸਤੇ ਤੁਹਾਡੀ 30,000 ਦੀ ਉਹਨਾਂ ਨੇ ਬਹਿਸ ਕਰ ਕੇ ਜੇ 29 ਜਾਂ 30 ਦੇ ਕੇ ਉਹਨਾਂ ਨੇ ਨਿਕਲ ਜਾਣਾ, ਬਾਕੀ ਡੱਬਾ ਤੁਹਾਡਾ ਜਿਹੜਾ ਨੇ 4-5 ਲੱਖ 10 ਲੱਖ ਦਾ ਤੁਹਾਨੂੰ ਟੀਕਾ ਲਾ ਜਾਣਾ। ਇਸ ਚੀਜ਼ ਦੀ ਖਾਸ ਕਰਕੇ ਇhtiyat ਰੱਖੋ। ਆ ਦੇਖੋ ਮੈਂ ਸਾਹਮਣੇ ਆਰਟੀਫਿਸ਼ਲ ਸਾਰਾ ਲਾਇਆ, ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ ਕਿ ਸੋਨਾ ਕਿੱਥੇ ਪਿਆ, ਕੀ ਸ਼ੈ ਹੈ ਕੀ ਨਹੀਂ ਹੈ। ਥੱਲੇ ਲਾਕਰ ਰੱਖਿਆ ਕਾਊਂਟਰ ਦੇ ਥੱਲੇ, ਉਹਦੇ ਚਾਬੀਆਂ ਆਪਣੇ ਕੋਲ ਨੇ, ਆਪਣੀ ਹਰ ਚੀਜ਼ ਸੇਫਟੀ ਦੇ ਅੰਦਰ, ਤੇ ਕੋਈ ਕਿਸੇ ਨੂੰ ਤੁਸੀਂ ਆਪਣਾ ਰਾਜ਼ ਨਾ ਦਿਓ, ਜਦੋਂ ਰਾਜ਼ ਦਿਓਗੇ ਉਦੋਂ ਮਾਰੇ ਜਾਓਗੇ। ਬਾਜ਼ ਔਕਾਤ ਐਸਾ ਹੁੰਦਾ ਹੈ ਕਿ ਜਿਹੜੇ ਅਜਨਬੀ ਗਾਹਕ ਹੁੰਦੇ ਨੇ ਉਹਨਾਂ ਦੇ ਚਿਹਰਾ ਸ਼ਨਾਸੀ ਅਸੀਂ ਕਰਕੇ ਕਹਿੰਦੇ ਆ ਕਿ ਤੁਸੀਂ ਇੱਥੋਂ ਦੇ ਨਹੀਂ ਲੱਗਦੇ, ਪਾਸਲੇ ਲੱਗਦੇ ਹੋ, ਉਹ ਫਿਰ ਕਹਿੰਦੇ ਨੇ ਜੀ ਹਾਂਜੀ ਸਾਨੂੰ ਇੱਥੇ ਰਿਸ਼ਤੇਦਾਰੀ ਕਰਨੀ ਪਈ ਹੈ, ਜਾਂ ਸ਼ਾਦੀ ਤੇ ਆਇਆ ਅਸੀਂ ਗਿਫਟ ਦੇਣਾ ਹੈ, ਜਾਂ ਵੈਸੇ ਮੈਂ ਬਾਹਰ ਹੁੰਨਾ ਤੇ ਆਇਆ ਮੈਂ ਕਿਹਾ ਚਲੋ ਗਿਫਟ ਲੈ ਜਾਵਾਂ। ਧੋਖਾ ਫਰੇਬ, ਇਹ ਧੋਖਾ ਫਰੇਬ ਦਿੰਦੇ ਨੇ। ਇਸ ਚੀਜ਼ ਤੋਂ ਬਚੋ, ਲਾਲਚ ਚ ਆ ਕੇ ਇਨਸਾਨ ਮਾਰਿਆ ਜਾਂਦਾ ਹੈ। ਹੁਣ ਦੇਖੋ ਮੇਰੇ ਕੋਲ 50,000 ਰੁਪਏ ਦੀ ਉਹਨਾਂ ਨੇ ਫਰਾਡ ਕੀਤਾ, ਨੌਸਰਬਾਜ਼ੀ ਕੀਤੀ ਹੈ। ਜਿਊਲਰ ਕੋਲ मोहतरम जनाब लियाकत अली साहब 50,000 ਜਾਂ 10-20,000 रुपया ਜਿਊਲਰ ਕੋਲ ਫਰਾਡ ਹੋਣਾ ਕੋਈ ਮਾਨਾ ਨਹੀਂ ਰੱਖਦਾ, ਕਿਉਂਕਿ ਇੱਥੇ ਡਕੈਟੀ ਫਰਾਡ ਹੁੰਦਾ 5-10 ਲੱਖ 50 ਲੱਖ ਕਰੋੜ ਦਾ। ਸਹੀ ਗੱਲ। ਇਹ ਹੀ ਅਗਰ 50,000 ਕਿਸੇ ਜੁੱਤੀਆਂ ਵਾਲੇ ਕੱਪੜੇ ਵਾਲੇ ਕੋਲ ਸ਼ਾਪਿੰਗ ਸੈਂਟਰ ਵਾਲੇ ਕੋਲ ਹੁੰਦਾ, ਨੁਕਸਾਨ ਹੋਇਆ, ਉਹ ਤੇ ਨਮਾਣਾ ਡੁੱਬ ਗਿਆ ਸੀ। ਔਰ ਜਨਾਬ ਆਹ ਟਾਈਮ ਆ ਗਿਆ, ਹਾਲੇ ਤੱਕ ਮੈਨੂੰ ਕਿਸੇ ਪੁਲਿਸ ਵਾਲੇ ਨੇ ਨਹੀਂ ਕਿਹਾ ਕਿ ਹਾਂਜੀ ਅਸੀਂ ਟੁਰੇ ਹਾਂ ਜਾਂ ਕੋਈ ਕਰ ਰਹੇ ਹਾਂ, ਤੁਸੀਂ ਬੇਫਿਕਰ ਹੋ ਜਾਓ, ਤੁਸੀਂ ਮੁਤਮਿਨ ਰਹੋ, ਅਸੀਂ ਇਨਸ਼ਾਅੱਲਾ ਤਾਲਾ ਇਹਨਾਂ ਨੂੰ ਦੇਖਾਂਗੇ। ਇੱਕ ਵਾਹਿਦ ਤੇ ਚੌਧਰੀ ਲਿਆਕਤ ਅਲੀ ਮੰਗਟ ਸਾਹਿਬ ਜੀ ਕੇ ਨਿਊਜ਼, ਇਹਨਾਂ ਦਾ ਚੈਨਲ ਮੰਗਟ, ਚੌਧਰੀ ਲਿਆਕਤ ਅਲੀ ਮੰਗਟ ਕੰਬੋ ਸਾਹਿਬ ਨੇ, ਇਹਨਾਂ ਨੇ ਦਿਨ ਰਾਤ ਮੇਰਾ ਜਨਾਬ ਲਈ ਇੰਟਰਵਿਊ ਕਰਕੇ ਇਹਨਾਂ ਨੇ ਕਿਹਾ ਕਿ ਅਸੀਂ ਇਨਸ਼ਾਅੱਲਾ ਤਾਲਾ ਇਹ ਨੰਬਰ ਪੁਲਿਸ ਨੂੰ ਵੀ ਦੇਵਾਂਗੇ ਔਰ DPO ਤੱਕ ਵੀ ਪਹੁੰਚਾਵਾਂਗੇ, ਤੁਹਾਡੀ ਪੂਰੀ ਹੈਲਪ ਕਰਾਂਗੇ, ਤੁਹਾਡੇ ਨਾਲ ਖਲੋਵਾਂਗੇ। ਕੋਈ ਪੈਸਾ 10-20-50,000 ਕੋਲੋਂ ਲੱਗਾ ਤੇ ਅਸੀਂ ਕੋਲੋਂ ਵੀ ਲਾਵਾਂਗੇ। ਤੁਸੀਂ ਸਾਡੇ ਭਾਈ ਹੋ, ਦੋਸਤ ਹੋ, ਅਸੀਂ ਮਜ਼ਲੂਮ ਦੀ ਆਵਾਜ਼ ਬਣ ਕੇ ਖਲੋਵਾਂਗੇ ਇਨਸ਼ਾਅੱਲਾ। ਤੇ ਇਹ ਜਨਾਬ ਲਈ ਮੇਰੇ ਨਾਲ ਵਾਰਦਾਤ ਹੋਈ ਹੈ, ਤੇ ਮੈਂ ਚਾਹੁੰਦਾ ਕਿ ਮੇਰੀ ਬਰਾਮਦਗੀ ਜਿਹੜੀ ਹੈ ਉਹ ਹਰ ਸੂਰਤ ਹੋਣੀ ਚਾਹੀਦੀ ਹੈ, ਤਾਂ ਕਿ ਅੱਗੋਂ ਵਾਸਤੇ ਬੰਦੇ ਬਚਣ, ਜਿਊਲਰ ਹਜ਼ਰਾਤ ਬਚਣ, ਤਾਜਰ ਹਜ਼ਰਾਤ ਬਚਣ। ਅੱਜ ਕੱਲ੍ਹ ਮਹਿੰਗਾਈ ਦੇ ਦੌਰ ਵਿੱਚ ਮਾੜਾ ਜਿਹਾ ਵੀ ਟੀਕਾ ਲੱਗ ਜਾਏ ਤਾਂ ਬੰਦਾ ਨਹੀਂ ਉੱਠ ਸਕਦਾ। ਨਾਜ਼ਰੀਨ, ਇਹ ਜ਼ੁਨੈਰ ਸਾਹਿਬ ਦੀਆਂ ਗੱਲਾਂ ਤੁਸੀਂ ਸੁਣੀਆਂ ਨੇ, ਇਹਨਾਂ ਨੇ ਸਾਫ਼ ਤੇ ਖਰੀਆਂ ਗੱਲਾਂ ਤੁਹਾਡੇ ਸਾਹਮਣੇ ਕੀਤੀਆਂ ਨੇ। ਜੋ ਕੁਝ ਇਹਨਾਂ ਨਾਲ ਵਾਰਦਾਤ ਹੋਈ ਹੈ ਇਹਨਾਂ ਨੇ ਸਾਫ਼-ਸਾਫ਼ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਜਿਹੜੇ ਹਜ਼ਰਾਤ ਜਿਊਲਰ ਦਾ ਕੰਮ ਕਰਦੇ ਨੇ, ਤਾਜਰ ਨੇ ਜਿਹੜੇ, ਉਹਨਾਂ ਨੂੰ ਵੀ ਇਹਨਾਂ ਨੇ ਅਗਾਹ ਕੀਤਾ ਆਪਣੀ ਹਰ ਗੱਲ ਦੇ ਵਿੱਚੋਂ ਵੀ ਇੱਥੋਂ ਬਚਣਾ, ਤੁਸੀਂ ਇੱਥੋਂ ਬਚਣਾ, ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਔਰ ਜਿਹੜੇ ਇਦਾਰਿਆਂ ਨੇ ਇਹਨਾਂ ਨਾਲ ਜੋ ਕੁਝ ਕੀਤਾ ਹੈ, ਯਾਨੀ 112 ਤੇ 5 ਤੇ ਜਿਹੜੀ ਇਹਨਾਂ ਨੇ ਕਾਲ ਕੀਤੀ ਹੈ, ਉਹਨਾਂ ਨੇ ਵੀ ਜਨਾਬ ਲਮਕਾਇਆ ਗੱਲ ਨੂੰ ਬਹੁਤ ਸਾਰਾ। ਜਨਾਬ ਇਤਨੇ ਲਮਕਾਉਣ ਤੇ ਬੰਦਾ ਹਿੰਦੁਸਤਾਨ ਪਹੁੰਚ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹ ਜਨਾਬ ਆਪਣਾ ਪੁਲਿਸ ਵਾਲੇ ਇੱਥੇ ਆ ਗਏ ਨੇ, ਉਹਨਾਂ ਨੇ ਆ ਕੇ ਵੀ ਰਾਮ ਕਹਾਣੀ ਇਹਨਾਂ ਕੋਲ ਸੁਣ ਕੇ ਉਹਨਾਂ ਨੇ ਵੀ ਕੋਈ ਤੇ ਅਮਲ ਦਰਾਮਦ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਇਹ ਯਾਨੀ ਸਿਮ ਵਾਲੇ ਦਫ਼ਤਰ 'ਚ ਗਏ ਨੇ, ਉਹਨਾਂ ਨੇ ਜਨਾਬ ਉਹ ਸਿਮ ਜਨਾਬ ਉਹ ਜੀ ਅਸੀਂ ਤੇ ਇਹ ਕਰਨੇ ਜੀ, ਉਹ ਕਰਨੇ ਜੀ, ਫਲਾਣ ਕਰਨੇ ਜੀ, ਟਮਕਾਣ। ਫਿਰ ਇੱਕ ਕਿਸੇ ਹੋਰ ਇਦਾਰੇ ਤੋਂ ਇਹਨਾਂ ਨੂੰ ਫੋਨ ਆਇਆ ਕਿ ਜੀ ਸਾਨੂੰ ਵੀ ਥੋੜ੍ਹੀ ਦੱਸੋ, ਯਾਨੀ ਜਿਸ ਤਰ੍ਹਾਂ ਥੋੜਾ ਚਸਕਾ ਲੈ ਰਹੇ ਸਨ ਸਾਰੇ। ਔਰ ਮੈਂ DPO ਅੱਗੇ ਮੈਂ ਦਰਖਾਸਤ ਕਰਾਂਗਾ ਇਨਸ਼ਾਅੱਲਾ ਤਾਲਾ ਇਹਨਾਂ ਸਾਰਿਆਂ ਦੀ ਕਿ ਮੈਂ ਹਾਲਾਂਕਿ ਆਪਣੇ ਮੇਰੇ ਮੰਗੜ ਦੇ ਜਿਹੜੇ ਪੁਲਿਸ ਚੌਕੀ ਨੇ, ਮੈਂ ਹਰ ਦਫਾ DPO ਅੱਗੇ ਵੀ SHO ਅੱਗੇ ਵੀ ਇਹਨਾਂ ਦੀ ਬੜੀ ਮੈਂ ਤਾਰੀਫ ਕਰਨਾ
ਕਿ ਇਹ ਬੜਾ ਅੱਛਾ ਰਿਸਪੌਂਸ ਜਿਹੜਾ ਮਾਂਗਟ ਨੂੰ ਦੇ ਰਹੇ ਨੇ ਔਰ ਮਾਂਗਟ ਵਾਸਤੇ ਬੜੇ ਅੱਛੇ ਨੇ। ਲੇਕਿਨ ਮੈਨੂੰ ਬੜੀ ਮਾਯੂਸੀ ਦੇਖਣੀ ਪੈ ਰਹੀ ਹੈ ਕਿ ਇਹ ਆਏ ਨੇ ਔਰ ਇਹਨਾਂ ਨੂੰ ਕੋਈ ਰਿਲੀਫ ਨਹੀਂ ਹਾਲੇ ਤੱਕ ਦੇ ਸਕੇ, ਕੋਈ ਬੈਨੀਫਿਟ ਨਹੀਂ ਇਹਨਾਂ ਨੂੰ ਦੇ ਸਕੇ ਕਿ ਇਹਨਾਂ ਦਾ ਇਤਨਾ ਨੁਕਸਾਨ ਹੋਇਆ। ਔਰ ਇਹ ਜਨਾਬ ਆਪਣੇ ਮਜ਼ਾਕ ਦੇ ਪਾਸੇ ਇਹਨਾਂ ਨੇ ਲਾਈ ਹੈ, ਤੁਸੀਂ ਆਓ ਜੀ, ਤੁਸੀਂ ਦਰਖਾਸਤ ਲਿਖਾਓ ਜੀ, ਫਲਾਣਾ ਕਰੋ ਜੀ, ਧਮਕਾਣਾ ਕਰੋ ਜੀ। ਇਹ ਜਨਾਬ ਜੋ ਕੁਝ ਤੁਸੀਂ ਸੁਣ ਲਿਆ ਇਹਦੇ ਉੱਤੇ ਫੌਰੀ ਅਮਲ ਦਰਾਮਦ ਹੋਣਾ ਚਾਹੀਦਾ ਹੈ। ਔਰ ਇਹਨਾਂ ਨੇ ਗੱਡੀ ਵੀ ਦੱਸੀ ਹੈ, ਗੱਡੀ ਦਾ ਨੰਬਰ ਵੀ ਦੱਸਿਆ, ਤੁਹਾਨੂੰ ਸਾਰਾ ਕੁਝ ਦੱਸਿਆ, ਇਨਸ਼ਾਅੱਲਾ ਤਾਲਾ ਮੋਬਾਈਲ ਨੰਬਰ ਵੀ ਦੱਸਿਆ। ਫੌਰੀ ਤੌਰ ਤੇ ਇਹਦੇ ਤੇ ਅਮਲ ਦਰਾਮਦ ਹੋਣਾ ਚਾਹੀਦਾ। ਔਰ ਜ਼ਨੈਰ ਸਾਹਿਬ ਦੀ ਇਹ ਜਿਤਨੀ ਡਕੈਤੀ ਚੋਰੀ ਹੋਈ ਹੈ ਇਹਨਾਂ ਨੂੰ ਫੌਰੀ ਲਿਆ ਕੇ ਇਹਨਾਂ ਨੂੰ ਵਾਪਸ ਦਿੱਤੀ ਜਾਏ। ਇਹਦੇ ਨਾਲ ਹੀ ਜੀਦਾਰ ਕਮੋ ਨੂੰ ਇਜਾਜ਼ਤ ਦਿਓ। ਓਕੇ, ਖੁਦਾ ਹਾਫਿਜ਼।